सत श्री अकाल बच्चों। क्लास 11th पंजाबी। हाँ जी बेटा, ਆਪਾਂ पिछली वीडियो ਦੇ ਵਿੱਚ ਕੀਤਾ ਸੀ अलंकार। अलंकार ਤੋਂ ਕੀ ਭਾਵ ਹੈ? अलंकार ਤੋਂ ਭਾਵ ਹੈ ਸ਼ਿੰਗਾਰ ਕਰਨਾ। हाँ जी, ਉਸ ਤੋਂ ਬਾਅਦ ਆਪਾਂ ਕੀਤਾ ਸੀ उपमा अलंकार। ਪਹਿਲਾ अलंकार है अनुप्रास अलंकार। अनुप्रास ਦਾ मतलब ਹੁੰਦਾ ਹੈ ਬਾਰ-ਬਾਰ। ਉਸ ਤੋਂ ਜੋ ਨੈਕਸਟ ਹੈ ਸੈਕਿੰਡ ਜਿਹੜਾ अलंकार ਹੈ ਉਹ ਹੈ उपमा अलंकार। उपमा ਤੋਂ ਭਾਵ ਕੀ ਹੈ ਕਿ ਗੱਲਬਾਤ ਦੇ ਵਿੱਚ ਕੀ ਕਰਨਾ, ਦੋ ਤੁਕਾਂ ਜਦੋਂ ਆਪਾਂ ਬੋਲਦੇ ਹਾਂ ਤਾਂ ਕੀ ਹੁੰਦਾ, ਕਿਸੇ ਦੀ ਤੁਲਨਾ ਕਰਨੀ, ਇੱਕ ਚੀਜ਼ ਦੀ ਦੂਜੀ ਚੀਜ਼ ਦੇ ਨਾਲ ਤੁਲਨਾ ਕਰਨੀ। ਜਿਵੇਂ ਕੱਪੜਾ ਦੁੱਧ ਵਰਗਾ ਚਿੱਟਾ ਹੈ, ਤਾਂ ਕੀ ਹੈ, ਕੱਪੜੇ ਦੀ ਕਿਹਦੇ ਨਾਲ ਤੁਲਨਾ ਕੀਤੀ ਹੈ? ਦੁੱਧ ਨਾਲ। ਕਿ ਜਿਹੜਾ ਕੱਪੜਾ ਹੈ ਉਹ ਕਿਹਦੇ ਵਰਗਾ ਹੈ? ਦੁੱਧ ਵਰਗਾ ਚਿੱਟਾ ਹੈ। ਹਾਂਜੀ, ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਉਪਮਾ ਅਲੰਕਾਰ ਹੈ ਇਹਦੇ ਵਿੱਚ ਜਦੋਂ ਚਾਰ ਤੱਥ ਇਕੱਠੇ ਹੋ ਜਾਂਦੇ ਹਨ, ਇਹਦੀ ਪਹਿਚਾਣ ਆਪਾਂ ਕਿਵੇਂ ਕਰ ਸਕਦੇ ਹਾਂ ਕਿ ਜਦੋਂ ਚਾਰ ਤੱਤ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਉਪਮਾ ਅਲੰਕਾਰ ਹੁੰਦਾ ਹੈ। ਜਿਵੇਂ ਕੱਪੜਾ ਦੁੱਧ ਵਰਗਾ ਚਿੱਟਾ, ਠੀਕ ਹੈ, ਇੱਥੇ ਚਾਰ ਤੱਤ ਇਕੱਠੇ ਹੋਏ ਹੈ ਤਾਂ ਇੱਥੇ ਕੀ ਹੈ? ਭਾਵ ਉਪਮਾ ਅਲੰਕਾਰ ਜਿਹੜਾ ਉਹ ਵਰਤਿਆ ਗਿਆ ਹੈ। ਹਾਂਜੀ, ਜਿਵੇਂ ਇਹਦੇ ਵਿੱਚ ਜਿਹੜੇ ਹੁੰਦੇ ਹੈ ਚਾਰ ਤੱਤ ਹੈ, ਇਹਨਾਂ ਨੂੰ ਵੱਖ-ਵੱਖ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ। ਜਿਵੇਂ ਸਭ ਤੋਂ ਪਹਿਲਾਂ ਹੈ ਉਪਮੇय। ਉਪਮੇय ਕੀ ਹੈ? ਕੱਪੜਾ। ਉਹ ਵਸਤੂ ਜਿਸ ਦੀ ਕਿਸੇ ਹੋਰ ਵਸਤੂ ਨਾਲ ਤੁਲਨਾ ਕੀਤੀ ਜਾਵੇ ਉਹ ਕੀ ਹੁੰਦਾ ਹੈ? ਉਪਮੇय ਹੁੰਦਾ ਹੈ। ਜਿਵੇਂ ਕੱਪੜਾ ਹੈ, ਕੱਪੜੇ ਦੀ ਤੁਲਨਾ ਕਿਹਦੇ ਨਾਲ ਕੀਤੀ ਗਈ ਹੈ? ਦੁੱਧ ਨਾਲ। ਠੀਕ ਹੈ, ਤਾਂ ਤੁਲਨਾ ਕੀਤੀ ਕਿਹਦੀ ਗਈ ਹੈ? ਕੱਪੜੇ ਦੀ। ਤੇ ਕੱਪੜਾ ਕੀ ਹੈ? ਉਪਮੇय ਹੈ। ਉਸ ਤੋਂ ਬਾਅਦ ਹੁੰਦਾ ਹੈ ਜੀ ਉਪਮਾਨ। ਉਪਮਾਨ ਕੀ ਹੁੰਦਾ? ਜਿਸ ਵਸਤੂ ਨਾਲ ਤੁਲਨਾ ਕੀਤੀ ਜਾਂਦੀ ਉਹ ਕੀ ਹੁੰਦਾ ਹੈ? ਉਪਮਾਨ। ਜਿਸ ਵਸਤੂ ਦੀ ਕੀਤੀ ਜਾਂਦੀ ਹੈ ਉਹ ਉਪਮੇय, ਜਿਸ ਵਸਤੂ ਦੇ ਨਾਲ ਕੀਤੀ ਜਾਂਦੀ ਉਹ ਹੁੰਦਾ ਉਪਮਾਨ। ਕਿਹਦੇ ਨਾਲ ਕੀਤੀ ਗਈ ਕੱਪੜੇ ਦੀ ਤੁਲਨਾ? ਦੁੱਧ ਦੇ ਨਾਲ। ਠੀਕ ਹੈ, ਤਾਂ ਦੁੱਧ ਕੀ ਹੈ? ਉਪਮਾਨ ਹੈ। ਨੈਕਸਟ ਆ ਜਾਂਦਾ ਸਾਂਝਾ ਗੁਣ। ਇਹਨਾਂ ਵਿੱਚ ਸਾਂਝਾ ਗੁਣ ਕੀ ਹੈ? ਸਾਂਝਾ ਗੁਣ ਹੈ ਚਿੱਟਾ। ਦੁੱਧ ਵੀ ਚਿੱਟਾ ਹੈ ਤੇ ਕੱਪੜਾ ਵੀ ਚਿੱਟਾ ਹੈ। ਭਾਵ ਕੱਪੜੇ ਨੂੰ ਕਿਹਦੇ ਵਰਗਾ ਦਿਖਾਇਆ ਗਿਆ? ਦੁੱਧ ਵਰਗਾ ਚਿੱਟਾ ਦਿਖਾਇਆ ਗਿਆ ਹੈ। ਹਾਂਜੀ, ਨੈਕਸਟ ਹੈ ਵਾਚਕ ਗੁਣ। ਵਾਚਕ ਗੁਣ ਕੀ ਹੁੰਦਾ ਹੈ? ਉਹ ਸ਼ਬਦ ਜੋ ਉਪਮਾ ਨੂੰ ਪ੍ਰਗਟ ਕਰੀ, ਭਾਵ ਇਹਨਾਂ ਨੂੰ ਜੋੜੇ ਆਪਸ ਵਿੱਚ। ਜਿਵੇਂ ਵਰਗਾ। ਵਰਗਾ ਕੀ ਹੈ? ਵਰਗਾ ਜਾਂ ਵਾਂਗੂ ਕੀ ਹੋ ਜਾਂਦਾ ਹੈ? ਵਾਚਕ ਗੁਣ। ਵੀ ਇਹਨਾਂ ਦੇ ਵਿੱਚ ਇਹਨਾਂ ਨੂੰ ਜੋੜਿਆ ਕਿਵੇਂ ਗਿਆ ਹੈ? ਵਾਚਕ ਗੁਣ ਦੇ ਨਾਲ ਜੋੜਿਆ ਗਿਆ ਹੈ। ਨੈਕਸਟ ਆ ਜਾਂਦਾ ਬੇਟਾ ਰੂਪਕ ਅਲੰਕਾਰ। ਠੀਕ ਹੈ, ਹਾਂਜੀ, ਰੂਪਕ ਅਲੰਕਾਰ ਤੋਂ ਕੀ ਭਾਵ ਹੈ? ਰੂਪਕ ਅਲੰਕਾਰ ਆਮ ਤੌਰ 'ਤੇ ਉਪਮਾ ਅਲੰਕਾਰ ਦੇ ਨਾਲ ਮਿਲਦਾ ਜੁਲਦਾ ਹੀ ਹੈ। ਕੀ ਹੈ? ਰੂਪਕ ਅਲੰਕਾਰ ਹੈ ਜੋ ਉਹ ਕਿਹਦੇ ਨਾਲ ਮਿਲਦਾ ਜੁਲਦਾ ਹੈ? ਉਪਮਾ ਅਲੰਕਾਰ ਦੇ ਨਾਲ। ਰੂਪਕ ਅਲੰਕਾਰ ਵਿਸ਼ਵਾਸਾਂ ਦੀ ਤੁਲਨਾ ਕਰਕੇ ਦੋਹਾਂ ਵਿੱਚ ਇੱਕ ਸਾਂਝਾ ਗੁਣ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਇਹਨਾਂ ਦੋਹਾਂ ਵਿੱਚ ਫਰਕ ਮਿਟ ਜਾਂਦਾ ਹੈ। ਦੋਹਾਂ ਵਿੱਚ ਇੱਕ ਮਿਕਤਾ ਤੇ ਇੱਕ ਰੂਪਤਾ ਉਤਪੰਨ ਹੋ ਜਾਂਦੀ ਹੈ। ਰੂਪਕ ਦੇ ਵਿੱਚ ਕੀ ਆ ਜਾਂਦਾ ਹੈ? ਦੋਨਾਂ ਦੇ ਵਿੱਚ ਇੱਕ ਰੂਪਤਾ ਤੇ ਇੱਕ ਮਿਕਤਾ ਪੈਦਾ ਕੀਤੀ ਜਾਂਦੀ ਹੈ। ਪਰਿਭਾਸ਼ਾ ਕਿਵੇਂ? ਜਿੱਥੇ ਉਪਮੇय। ਉਪਮੇय ਕੀ ਹੁੰਦਾ ਹੈ? ਜਿਸ ਵਸਤੂ ਦੀ ਉਪਮਾਨ ਜਿਸ ਵਸਤੂ ਨਾਲ ਤੁਲਨਾ ਕੀਤੀ ਜਾਂਦੀ ਹੈ ਉਹ ਕੀ ਹੈ? ਉਹ ਹੁੰਦਾ ਉਪਮਾ ਅਲੰਕਾਰ। ਠੀਕ ਹੈ, ਤੇ ਰੂਪਕ ਅਲੰਕਾਰ ਹੈ ਜਿਹੜਾ ਉਪਮਾ ਦੇ ਨਾਲ ਮਿਲਦਾ ਜੁਲਦਾ ਹੈ। ਜਦੋਂ ਇਹਨਾਂ ਵਿੱਚ ਸਾਂਝ ਪੈਦਾ ਹੋ ਜਾਂਦੀ ਹੈ ਦੋਨਾਂ ਵਿੱਚ, ਉਪਮੇय ਵਿੱਚ ਵੀ ਤੇ ਉਪਮਾਨ ਵਿੱਚ ਵੀ, ਤੇ ਉੱਥੇ ਕਿਹੜਾ ਅਲੰਕਾਰ ਵਰਤਿਆ ਜਾਂਦਾ ਹੈ? ਰੂਪਕ ਅਲੰਕਾਰ ਵਰਤਿਆ ਜਾਂਦਾ ਹੈ। ਹਾਂਜੀ, ਕਵਿਤਾ ਵਿੱਚ ਜਿਸ ਚੀਜ਼ ਦਾ ਵਰਣਨ ਕੀਤਾ ਜਾ ਰਿਹਾ ਹੁੰਦਾ ਹੈ ਉਸ ਨੂੰ ਉਮੇय ਆਖਿਆ ਜਾਂਦਾ ਹੈ। ਕੀ ਹੈ ਜੀ? ਕਵਿਤਾ ਵਿੱਚ ਜਿਸ ਚੀਜ਼ ਦਾ ਵਰਣਨ ਕੀਤਾ, ਕਿਸ ਬਾਰੇ ਕਵਿਤਾ ਲਿਖੀ ਗਈ ਹੈ, ਉਸ ਨੂੰ ਉਪਮੇय ਆਖਿਆ ਜਾਂਦਾ ਹੈ। ਮੰਨ ਲਓ ਫਸਲ ਬਾਰੇ ਕਵਿਤਾ ਲਿਖੀ ਗਈ ਹੈ ਤਾਂ ਫਸਲ ਕੀ ਆ ਜਾਊਗਾ? ਉਪਮੇय ਆ ਜਾਊਗਾ। ਆਪਾਂ ਕਹਿੰਦੇ ਸੋਨੇ ਰੰਗੀਆਂ ਫਸਲਾਂ। ਠੀਕ ਹੈ, ਫਸਲ ਕਿਹਦੇ ਵਰਗੀ? ਸੋਨੇ ਵਰਗੀ। ਤੇ ਕਿਹਦੇ ਨਾਲ ਤੁਲਨਾ ਕੀਤੀ ਗਈ ਹੈ? ਸੋਨੇ ਨਾਲ। ਭਾਵ ਫਸਲ ਵੀ ਹੈ, ਸੋਹਣੀ ਵੀ ਹੈ, ਕਿਹਦੇ ਵਰਗੀ ਹੈ? ਸੋਨੇ ਵਰਗੀ ਵੀ ਹੈ। ਠੀਕ ਹੈ, ਤਾਂ ਵਿੱਚ ਦੋਨਾਂ 'ਚ ਸਾਂਝਾ ਗੁਣ ਆ ਜਾਂਦਾ, ਉਪਮਾਨ ਵਿੱਚ ਵੀ ਤੇ ਉਪਮੇय ਵਿੱਚ ਵੀ। ਤਾਂ ਉੱਥੇ ਕਿਹੜਾ ਅਲੰਕਾਰ ਵਰਤਿਆ ਜਾਂਦਾ ਹੈ? ਉੱਥੇ ਰੂਪਕ ਅਲੰਕਾਰ ਹੈ ਜਿਹੜਾ ਉਹ ਵਰਤਿਆ ਜਾਂਦਾ ਹੈ। ਕਵਿਤਾ ਵਿੱਚ ਜਿਸ ਚੀਜ਼ ਦਾ ਵਰਣਨ ਕੀਤਾ ਜਾ ਰਿਹਾ ਹੁੰਦਾ ਹੈ ਉਸ ਨੂੰ ਉਮੇय ਆਖਿਆ ਜਾਂਦਾ ਹੈ, ਅਤੇ ਉਪਮੇय ਨਾਲ ਜਿਸ ਚੀਜ਼ ਨੂੰ ਮੇਚਿਆ ਜਾਂਦਾ ਹੈ ਉਸ ਨੂੰ ਉਪਮਾਨ ਆਖਿਆ ਜਾਂਦਾ ਹੈ। ਕੀ ਹੈ? ਇਹ 'ਚ ਦੱਸਿਆ ਗਿਆ ਹੈ ਕਿ ਉਪਮੇय ਕਿਸ ਨੂੰ ਆਖਿਆ ਜਾਂਦਾ ਹੈ? ਉਪਮੇय ਨਾਲ ਜਿਸ ਚੀਜ਼ ਨੂੰ। ਉਪਮੇय ਕੀ ਹੋ ਗਿਆ? ਜਿਵੇਂ ਆਪਾਂ ਕੀਤਾ ਸੀ ਕੱਪੜਾ ਦੁੱਧ ਵਰਗਾ ਚਿੱਟਾ ਹੈ। ਉਪਮੇय ਨੂੰ ਕਿਸ ਚੀਜ਼ ਨਾਲ ਮੇਚਿਆ ਗਿਆ ਹੈ? ਉਪਮਾਨ ਨਾਲ। ਠੀਕ ਹੈ, ਭਾਵ ਦੁੱਧ ਨਾਲ ਉੱਥੇ ਤੁਲਨਾ ਕੀਤੀ ਗਈ ਸੀ। ਇੱਥੇ ਆਪਾਂ ਮੇਚਣ ਹੈ ਵੀ ਵਰਗਾ। ਠੀਕ ਹੈ, ਜਿਵੇਂ ਵਾਲ ਸੋਨੇ ਵਰਗੇ ਹਨ। ਸੋਨਾ ਵੀ ਚਮਕਦਾਰ ਹੁੰਦਾ ਹੈ ਤੇ ਵਾਲ ਵੀ ਚਮਕਦਾਰ ਹੁੰਦੇ ਹੈ, ਤਾਂ ਵਾਲਾਂ ਨੂੰ ਕਿਹਦੇ ਨਾਲ ਮੇਚਿਆ ਗਿਆ?
ਸੋਨੇ ਨਾਲ। ਠੀਕ ਹੈ, ਜਿਸ ਚੀਜ਼ ਨਾਲ ਮੇਚਿਆ ਜਾਂਦਾ ਹੈ ਉੱਥੇ ਕਿਹੜਾ ਅਲੰਕਾਰ ਆ ਜਾਂਦਾ? ਰੂਪਕ। ਉਪਮਾ ਅਲੰਕਾਰ ਵਿੱਚ ਤੁਲਨਾ ਕੀਤੀ ਜਾਂਦੀ ਹੈ ਤੇ ਰੂਪਕ ਅਲੰਕਾਰ ਵਿੱਚ ਉਸ ਨੂੰ ਬਰਾਬਰ ਦਾ ਮੰਨਿਆ ਜਾਂਦਾ ਹੈ, ਮੇਚਿਆ ਜਾਂਦਾ ਹੈ, ਉੱਥੇ ਹੁੰਦਾ ਹੈ ਰੂਪਕ ਅਲੰਕਾਰ। ਜਿਵੇਂ ਚਾਂਦੀ ਤੇਰਾ ਰੰਗ ਹੈ, ਸੋਨਾ ਤੇਰੇ ਵਾਲ। ਕੀ ਹੈ? ਚਾਂਦੀ ਤੇਰਾ ਰੰਗ ਹੈ। ਚਾਂਦੀ ਦਾ ਰੰਗ ਕਿਹੜਾ ਹੈ? ਚਿੱਟਾ। ਤੇ ਮਨੁੱਖ ਦਾ ਰੰਗ ਕੀ ਹੈ? ਚਿੱਟਾ। ਸੋਨਾ ਤੇਰੇ ਵਾਲ ਹੈ। ਸੋਨਾ ਕੀ ਹੈ? ਚਮਕਦਾਰ ਹੈ, ਤੇ ਵਾਲ ਵੀ ਚਮਕਦਾਰ ਹੈ। ਇਸ ਕਰਕੇ ਸੋਨਾ ਤੇ ਵਾਲ ਨੂੰ ਬਰਾਬਰ ਮੰਨਿਆ ਗਿਆ ਹੈ, ਚਾਂਦੀ ਤੇ ਰੰਗ ਨੂੰ ਬਰਾਬਰ ਦਰਸਾਇਆ ਗਿਆ ਹੈ। ਇਸ ਸਤਰ ਵਿੱਚ ਚਾਂਦੀ ਤੇ ਰੰਗ ਵਿੱਚ, ਸੋਨੇ ਤੇ ਵਾਲਾਂ ਵਿੱਚ ਕੋਈ ਫਰਕ ਨਹੀਂ ਰਹਿਣ ਦਿੱਤਾ ਗਿਆ। ਭਾਵ ਚਾਂਦੀ ਦਾ ਰੰਗ ਵੀ ਚਿੱਟਾ ਹੈ ਤੇ ਮਨੁੱਖ ਦਾ ਰੰਗ ਵੀ ਚਿੱਟਾ ਹੈ। ਸੋਨੇ ਵੀ ਜਿਹੜਾ ਸੋਨਾ ਉਹ ਵੀ ਚਮਕਦਾਰ ਹੁੰਦਾ ਹੈ ਤੇ ਜਿਹੜੇ ਵਾਲ ਹੈ ਉਹ ਵੀ ਚਮਕਦਾਰ ਹੁੰਦੇ ਹਨ। ਭਾਵ ਦੋਨੇ ਹੀ ਚਮਕਦਾਰ ਹੁੰਦੇ ਹਨ। ਇਸ ਵਿੱਚ ਤੁਲਨਾ ਨਹੀਂ ਕੀਤੀ ਗਈ, ਇੱਕ ਦੂਜੇ ਨੂੰ ਇੱਕ ਦੂਜੇ ਦੇ ਨਾਲ ਮੇਚਿਆ ਗਿਆ ਹੈ। ਤੁਲਨਾ ਕੀਤੀ ਜਾਂਦੀ ਉਪਮਾ ਅਲੰਕਾਰ ਵਿੱਚ, ਤੇ ਰੂਪਕ ਅਲੰਕਾਰ ਵਿੱਚ ਦੋਨਾਂ ਨੂੰ ਬਰਾਬਰ ਦਾ ਦੱਸਿਆ ਜਾਂਦਾ ਹੈ। ਭਾਵ ਦੋਨੇ ਹੀ ਚੀਜ਼ਾਂ ਸੋਹਣੀਆਂ ਹਨ। ਚਾਂਦੀ ਵੀ ਚਿੱਟੀ ਹੈ ਤੇ ਰੰਗ ਵੀ ਚਿੱਟਾ ਹੈ। ਦੋਹਾਂ ਵਿੱਚ ਰੰਗ ਦੀ ਸਾਂਝ ਕਰਕੇ ਆਪਣੇ ਆਪ ਨੂੰ ਇੱਕ ਦੂਜੇ ਵਿੱਚ ਅਪੀਲ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸੋਨਾ ਵੀ ਚਮਕਦਾ ਹੈ ਤੇ ਵਾਲ ਵੀ। ਸੋਚਣਾ ਨਹੀਂ ਤੇ ਸੋਨਾ ਹੈ ਬੇਟਾ। ਸੋਨਾ ਵੀ ਚਮਕਦਾ ਹੈ ਤੇ ਵਾਲ ਵੀ, ਦੋਨੇ ਹੀ ਚੀਜ਼ਾਂ ਚਮਕਦਾਰ ਹਨ। ਦੋਹਾਂ ਨੇ ਆਪਣੇ ਆਪ ਨੂੰ ਇੱਕ ਦੂਜੇ ਵਿੱਚ ਅਭੇਦ ਕਰ ਲਿਆ ਹੈ। ਇਸ ਪ੍ਰਕਾਰ ਇੱਥੇ ਰੂਪਕ ਅਲੰਕਾਰ ਦੀ ਵਰਤੋਂ ਹੋਈ ਹੈ। ਹਾਂਜੀ ਬੇਟਾ, ਆਪਾਂ 3 ਅਲੰਕਾਰ ਕਰ ਲਏ, ਉਪਮਾ ਅਲੰਕਾਰ, ਰੂਪਕ ਅਲੰਕਾਰ ਤੇ ਅਨੁਪ੍ਰਾਸ ਅਲੰਕਾਰ। ਤਿੰਨਾਂ ਵਿੱਚ ਆਪਾਂ ਫਰਕ ਦੇਖਣਾ ਹੈ ਕਿ ਕੀ ਫਰਕ ਹੈ ਤਿੰਨਾਂ ਦੇ ਵਿੱਚ। ਠੀਕ ਹੈ, ਹਾਂਜੀ। ਇਹਦੀ ਇੱਕ ਉਦਾਹਰਨ ਹੈ, ਲੱਕ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸਰੂੰ ਬਹਿਸ਼ਤ ਗੁਲਜ਼ਾਰ ਵਿੱਚੋਂ। ਲੱਕ ਕੀ ਹੈ? ਚੀਨ ਵਰਗਾ। ਕੱਦ ਕੀ ਹੈ? ਸਰੋਂ ਦੇ ਬੂਟੇ ਵਰਗਾ ਲੰਬਾ। ਠੀਕ ਹੈ, ਸਰੋਂ ਦਾ ਬੂਟਾ ਵੀ ਲੰਬਾ, ਕੱਦ ਵੀ ਲੰਬਾ। ਠੀਕ ਹੈ, ਕਸ਼ਮੀਰ ਵੀ ਸੋਹਣਾ ਅਤੇ ਲੱਕ ਵੀ ਸੋਹਣਾ। ਹਾਂਜੀ, ਇਹਨਾਂ ਦੋਹਾਂ ਦੇ ਵਿੱਚ ਭਾਵ ਬਰਾਬਰ ਦਾ ਜਿਹੜਾ ਮੇਲ ਹੈ ਉਹ ਰੱਖਿਆ ਗਿਆ ਹੈ। ਹਾਂਜੀ, ਹੁਣ ਆਪਾਂ ਪਹਿਲਾਂ ਕੀਤਾ ਸੀਗਾ ਅਨੁਪ੍ਰਾਸ ਅਲੰਕਾਰ। ਅਨੁਪ੍ਰਾਸ ਦੇ ਵਿੱਚ ਕੀ ਸੀ? ਚੀਜ਼ ਵਾਰ-ਵਾਰ ਆਉਂਦੀ ਹੈ। ਠੀਕ ਹੈ, ਇੱਕ ਅੱਖਰ ਵਾਰ-ਵਾਰ ਆਉਂਦਾ ਹੈ ਜਾਂ ਕੋਈ ਸ਼ਬਦ ਵਾਰ-ਵਾਰ ਆਉਂਦਾ ਹੈ। ਸੈਕਿੰਡ 'ਤੇ ਆਪਾਂ ਕੀਤਾ ਸੀ ਉਪਮਾ ਅਲੰਕਾਰ। ਉਪਮਾ ਅਲੰਕਾਰ ਵਿੱਚ ਕੀ ਹੁੰਦਾ ਹੈ? ਤੁਲਨਾ ਕੀਤੀ ਜਾਂਦੀ ਹੈ। ਕਿਸ ਚੀਜ਼ ਦੀ ਤੁਲਨਾ ਕੀਤੀ ਜਾਂਦੀ ਹੈ? ਇੱਕ ਚੀਜ਼ ਦੀ ਦੂਜੀ ਸੋਹਣੀ ਚੀਜ਼ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ। ਜਿਵੇਂ ਦੱਸਿਆ ਗਿਆ ਸੀ, ਕੱਪੜਾ ਕੀ ਹੈ? ਦੁੱਧ ਵਰਗਾ ਚਿੱਟਾ ਹੈ। ਕੱਪੜੇ ਦੀ ਤੁਲਨਾ ਕਿਹਦੇ ਨਾਲ ਕੀਤੀ ਗਈ ਸੀ? ਦੁੱਧ ਨਾਲ ਕੀਤੀ ਗਈ ਸੀ। ਭਾਵ ਉਪਮਾ ਅਲੰਕਾਰ ਦੇ ਵਿੱਚ ਇੱਕ ਚੀਜ਼ ਦੀ ਦੂਜੀ ਚੀਜ਼ ਨਾਲ ਤੁਲਨਾ ਕੀਤੀ ਜਾਂਦੀ ਹੈ। ਅੱਗੇ ਆ ਗਿਆ ਜੀ ਰੂਪਕ ਅਲੰਕਾਰ। ਰੂਪਕ ਅਲੰਕਾਰ ਦੇ ਵਿੱਚ ਤੁਲਨਾ ਨਹੀਂ ਕੀਤੀ ਜਾਂਦੀ। ਇਹ ਹੁੰਦਾ ਉਪਮਾ ਅਲੰਕਾਰ ਦੀ ਤਰ੍ਹਾਂ ਹੀ ਹੈ, ਪਰੰਤੂ ਇਸ ਦੇ ਵਿੱਚ ਇੱਕ ਚੀਜ਼ ਨੂੰ ਦੂਜੀ ਚੀਜ਼ ਬਰਾਬਰ ਦੀ ਚੀਜ਼ ਦੇ ਨਾਲ ਮੇਚਿਆ ਜਾਂਦਾ ਹੈ। ਭਾਵ ਤੁਲਨਾ ਨਹੀਂ ਹੁੰਦੀ, ਉਸਦੇ ਬਰਾਬਰ ਦਾ ਠਹਿਰਾਇਆ ਜਾਂਦਾ ਹੈ। ਜਿਵੇਂ ਆਪਾਂ ਕਿਹਾ ਹੈ ਚਾਂਦੀ ਤੇਰਾ ਰੰਗ ਹੈ, ਭਾਵ ਰੰਗ ਵੀ ਚਿੱਟਾ ਹੈ ਤੇ ਚਾਂਦੀ ਵੀ ਚਿੱਟੀ ਹੈ। ਉਹਦੇ ਨਾਲ ਤੁਲਨਾ ਤਾਂ ਨਹੀਂ ਕੀਤੀ ਗਈ ਕਿ ਰੰਗ ਹੈ ਜਿਹੜਾ ਚਾਂਦੀ ਵਰਗਾ ਚਿੱਟਾ ਹੈ। ਨਹੀਂ, ਚਾਂਦੀ ਵੀ ਚਿੱਟੀ ਹੈ ਤੇ ਰੰਗ ਵੀ ਚਿੱਟਾ ਹੈ। ਸੈਕਿੰਡ 'ਤੇ ਆਪਾਂ ਕੀਤਾ ਸੀ ਸੋਨਾ ਤੇਰੇ ਵਾਲ ਹੈ, ਭਾਵ ਸੋਨੇ ਦੀ ਵਾਲਾਂ ਨਾਲ ਤੁਲਨਾ ਨਹੀਂ ਕੀਤੀ ਗਈ। ਸੋਨਾ ਅਲੱਗ ਜਿਹੜਾ ਚਮਕਦਾ ਹੈ, ਵਾਲ ਅਲੱਗ ਚਮਕਦੇ ਹਨ। ਭਾਵ ਸੋਨਾ ਵੀ ਚਮਕਦਾਰ ਹੈ ਤੇ ਵਾਲ ਵੀ। ਇਸ ਵਿੱਚ ਸੋਨੇ ਨੂੰ ਤੇ ਜਿਹੜਾ ਵਾਲ ਹੈ ਇਹਨਾਂ ਨੂੰ ਇੱਕ ਦੂਜੇ ਦੇ ਬਰਾਬਰ ਦਾ ਮੰਨਿਆ ਗਿਆ ਹੈ। ਭਾਵ ਦੋਨੇ ਚੀਜ਼ਾਂ ਹੀ ਚਮਕਦੀਆਂ ਹਨ। ਹਾਂਜੀ, ਅਗਲੀ ਉਦਾਹਰਨ ਦੇ ਵਿੱਚ ਕੱਦ ਸਰੂੰ ਬਹਿਸ਼ਤ ਗੁਲਜ਼ਾਰ ਵਿੱਚੋਂ। ਜਿਹੜਾ ਕੱਦ ਹੈ ਉਹ ਕਿਹਦੇ ਵਰਗਾ ਹੈ? ਸਰੋਂ ਦੇ ਬੂਟੇ ਵਰਗਾ। ਭਾਵ ਸਰੋਂ ਦਾ ਬੂਟਾ ਵੀ ਲੰਬਾ ਹੁੰਦਾ ਹੈ ਤੇ ਕੱਦ ਵੀ ਲੰਬਾ ਹੈ। ਕਿਸ ਬਾਰੇ ਦੱਸਿਆ ਗਿਆ? ਇੱਕ ਮੁਟਿਆਰ ਬਾਰੇ ਗੱਲ ਕੀਤੀ ਗਈ ਹੈ ਕਿ ਉਸਦਾ ਜਿਹੜਾ ਕੱਦ ਹੈ ਸਰੋਂ ਦੇ ਬੂਟੇ ਵਰਗਾ ਹੈ। ਭਾਵ ਬੂਟਾ ਵੀ ਉੱਚਾ ਹੈ ਤੇ ਕੱਦ ਵੀ ਉੱਚਾ ਹੈ। ਭਾਵ ਕੀ ਹੈ? ਰੂਪਕ ਅਲੰਕਾਰ ਦੇ ਵਿੱਚ ਇੱਕ ਦੂਜੀ ਚੀਜ਼ ਨੂੰ ਮੇਚਿਆ ਜਾਂਦਾ ਹੈ, ਨਾ ਕਿ ਇਸ ਵਿੱਚ ਇੱਕ ਦੂਜੀ ਚੀਜ਼ ਦੀ ਤੁਲਨਾ ਕੀਤੀ ਜਾਂਦੀ ਹੈ। ਤੁਲਨਾ ਕੀਤੀ ਜਾਂਦੀ ਹੈ ਉਪਮਾ ਅਲੰਕਾਰ ਦੇ ਵਿੱਚ। ਇਸ ਕਰਕੇ ਜਦੋਂ ਵੀ ਅਸੀਂ ਅਲੰਕਾਰਾਂ ਦੀ ਵਰਤੋਂ ਕਰਨੀ ਹੈ ਜਾਂ ਅਲੰਕਾਰ ਦੇਖਣਾ ਹੈ ਕਿ ਇਸ ਕਵਿਤਾ ਦੇ ਵਿੱਚ ਕਿਸ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ, ਤਾਂ ਸਭ ਤੋਂ ਪਹਿਲਾਂ ਉਦਾਹਰਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਕਿ ਇਸ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ। ਸਾਨੂੰ ਇਹਨਾਂ ਤਿੰਨਾਂ ਅਲੰਕਾਰਾਂ ਦੇ ਮੀਨਿੰਗ ਪਤਾ ਹੋਣੇ
ਜ਼ਰੂਰੀ ਹੈ। ਜਿਵੇਂ ਅਨੁਪ੍ਰਾਸ ਦੇ ਵਿੱਚ ਵਾਰ-ਵਾਰ ਸ਼ਬਦ ਆਏਗਾ, ਜਿਵੇਂ ਦਰਸ਼ਨ, ਪਰਸਨ, ਸਰਸਨ, ਰੰਗ ਰੰਗੀ, ਕਰਤਾਰੀ ਰੇ। ਇਹਦੇ ਵਿੱਚ ਕੀ ਹੈ, ਨਾ ਤਾਂ ਤੁਲਨਾ ਹੋਈ ਹੈ ਅਤੇ ਨਾ ਹੀ ਕਿਸੇ ਚੀਜ਼ ਨੂੰ ਇੱਕ ਦੂਜੇ ਨਾਲ ਮੇਚਿਆ ਗਿਆ ਹੈ। ਸਿਰਫ ਕੀ ਦੱਸਿਆ ਗਿਆ ਹੈ ਕਿ ਇੱਕ ਜਿਹੜੇ ਅੱਖਰ ਹੈ ਪਿਛਲੇ ਲਾਸਟ ਵਾਲੇ ਉਹ ਵਾਰ-ਵਾਰ ਆ ਰਹੇ ਹਨ, ਜਾਂ ਸ਼ਬਦ ਹੈ ਉਹੀ ਵਾਰ-ਵਾਰ ਆ ਰਿਹਾ ਹੈ। ਅਤੇ ਜਦੋਂ ਉਪਮਾ ਅਲੰਕਾਰ ਦੇਖਾਂਗੇ ਉਹਦੇ ਵਿੱਚ ਕੀ ਦੱਸਿਆ ਜਾਂਦਾ ਹੈ ਕਿ ਇੱਕ ਚੀਜ਼ ਨੂੰ ਦੂਜੀ ਚੀਜ਼ ਦੇ ਨਾਲ ਤੁਲਨਾ ਕੀਤੀ ਜਾਵੇਗੀ, ਸੋਹਣੀ ਚੀਜ਼ ਨਾਲ ਕਿਸੇ ਦੂਜੀ ਚੀਜ਼ ਦੀ ਤੁਲਨਾ ਕੀਤੀ ਜਾਵੇਗੀ। ਜਦੋਂ ਰੂਪਕ ਅਲੰਕਾਰ ਦੇਖਣਾ ਹੈ ਤਾਂ ਇਹਦੇ ਵਿੱਚ ਦੋਨੇ ਚੀਜ਼ਾਂ ਨੂੰ ਬਰਾਬਰ ਦਾ ਮੰਨਿਆ ਜਾਵੇਗਾ, ਇੱਕ ਦੂਜੀ ਚੀਜ਼ ਨੂੰ ਦੂਜੇ ਨਾਲ ਮੇਚਿਆ ਜਾਵੇਗਾ, ਨਾ ਕਿ ਤੁਲਨਾ ਕੀਤੀ ਜਾਵੇਗੀ। ਸਾਨੂੰ ਇਸ ਤਰ੍ਹਾਂ ਅਲੰਕਾਰਾਂ ਦੀ ਪਹਿਚਾਣ ਹੋ ਜਾਂਦੀ ਹੈ ਕਿ ਕਿਸ ਕਵਿਤਾ ਦੇ ਵਿੱਚ, ਕਿਸ ਤੁਕ ਦੇ ਵਿੱਚ ਕਿਹੜਾ ਅਲੰਕਾਰ ਹੈ ਜਿਹੜਾ ਉਹ ਵਰਤਿਆ ਗਿਆ ਹੈ। ਜੇਕਰ ਅਸੀਂ ਉਦਾਹਰਨ ਨੂੰ ਚੰਗੀ ਤਰ੍ਹਾਂ ਪੜ੍ਹਾਂਗੇ ਤਾਂ ਸਾਨੂੰ ਉਸੇ ਸਮੇਂ ਇਹ ਸਮਝ ਆ ਜਾਂਦੀ ਹੈ ਕਿ ਇਸ ਤੁਕ ਦੇ ਵਿੱਚ, ਇਸ ਪੰਕਤੀ ਦੇ ਵਿੱਚ, ਇਸ ਕਵਿਤਾ ਦੇ ਵਿੱਚ ਆ ਅਲੰਕਾਰ ਹੈ ਜਿਹੜਾ ਉਹ ਵਰਤਿਆ ਗਿਆ ਹੈ।